हेलो फ्रेंड्स, मेरा नाम है अभिषेक मंगला। ਅੱਜ ਮੈਂ ਇੱਕ ਨਵਾਂ ਚੈਨਲ ਸਟਾਰਟ ਕਰਨ ਜਾ ਰਿਹਾ ਜਿਸ ਦਾ ਨਾਮ ਹੈਗਾ ਅਸੈਂਡ ਵਿਦ ਐਮਸੀਸੀ। ਇੱਕ ਐਜੂਕੇਸ਼ਨਲ ਚੈਨਲ ਹੈਗਾ। ਇਸ ਚੈਨਲ ਉੱਤੇ ਮੈਂ ਡਿਫਰੈਂਟ ਕਲਾਸਿਸ ਦੀਆਂ ਸੀਬੀਐਸਈ ਦੀਆਂ, ਪੀਐਸਸੀਬੀ ਦੀਆਂ, ਆਈਸੀਐਸਈ ਬੋਰਡ ਦੀਆਂ ਕੁਝ ਐਜੂਕੇਸ਼ਨਲ ਵੀਡੀਓਜ਼ ਅਪਲੋਡ ਕਰੂੰਗਾ ਜਿਹਦਾ ਜਿਹੜਾ ਕੰਟੈਂਟ ਆ ਉਹ ਬਾਈਲਿੰਗੁਅਲ ਹੋਊਗਾ, ਇੰਗਲਿਸ਼ ਤੇ ਪੰਜਾਬੀ। ਇਹ ਜਿਹੜਾ ਕੰਟੈਂਟ ਆ ਪਿਓਰਲੀ ਐਨਸੀਈਆਰਟੀ ਬੇਸਡ ਹੋਊਗਾ। ਇਹਦੇ ਉੱਤੇ ਕੁਝ ਟ੍ਰਿਕਸ ਵੀਡੀਓ ਵੀ ਹੋਣਗੀਆਂ, ਮੈਥਸ ਟ੍ਰਿਕਸ ਵੀਡੀਓ ਜੋ ਤੁਹਾਡੀ ਕੈਲਕੂਲੇਸ਼ਨਸ ਨੂੰ ਐਨਹਾਂਸ ਕਰਨਗੀਆਂ। ਇਸ ਚੈਨਲ ਤੇ ਆਪਾਂ ਜਿਹੜਾ ਵੀ ਕੰਟੈਂਟ ਅਪਲੋਡ ਕਰਾਂਗੇ ਉਹ ਬਿਲਕੁਲ ਬੇਸਿਕਸ ਤੋਂ ਹੋਊਗਾ। ਮਤਲਬ ਪਹਿਲਾਂ ਬੇਸਿਕ ਵੀਡੀਓ ਆਊਗੀ, ਫਿਰ ਐਕਚੁਅਲ ਵੀਡੀਓ ਆਊਗੀ। ਜਿਵੇਂ ਹੁਣ ਆਪਾਂ ਅੱਜ ਪਹਿਲਾ ਚੈਪਟਰ ਸਟਾਰਟ ਕਰਾਂਗੇ ਕਲਾਸ 10th ਦਾ ਪੋਲੀਨੋਮੀਅਲਸ। ਇਹ ਕਲਾਸ ਜਿਹੜਾ ਪੋਲੀਨੋਮੀਅਲ ਚੈਪਟਰ ਹੈ ਕਲਾਸ 8 ਚ ਆ ਜਾਂਦਾ ਹੈਗਾ। ਪਹਿਲਾਂ ਮੈਂ ਕਲਾਸ 8 9 ਦੇ ਬੇਸਿਕਸ ਕਰਾਉਂਗਾ, ਫਿਰ ਆਪਾਂ 10 ਦਾ ਸਟਾਰਟ ਕਰਾਂਗੇ। ਜਿਹੜਾ ਆਹ ਚੈਪਟਰ ਹੈਗਾ, ਜਿਹੜੀ ਬੇਸਿਕ ਵੀਡੀਓ ਹੋਊਗੀ ਉਹ ਕਲਾਸ 8 ਲਈ ਵੀ ਤੇ ਕਲਾਸ 9th ਲਈ ਵੀ ਯੂਜ਼ਫੁਲ ਹੋਊਗੀ। ਬਿਲਕੁਲ ਜ਼ੀਰੋ ਤੋਂ ਹੀਰੋ ਲੈਵਲ ਆਪਾਂ ਸਟੱਡੀ ਕਰਾਂਗੇ। ਜੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੈਗਾ ਤੁਸੀਂ ਕਮੈਂਟ ਸੈਕਸ਼ਨ 'ਚ ਮੈਨੂੰ ਪੁੱਛ ਸਕਦੇ ਹੋ। ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਕਲਾਸ 10th ਦਾ ਚੈਪਟਰ ਹੈ ਪੋਲੀਨੋਮੀਅਲ। ਉਹਦੇ ਬੇਸਿਕ ਸਟੱਡੀ ਕਰਾਂਗੇ ਕਿ ਪੋਲੀਨੋਮੀਅਲਸ ਕੀ ਹੁੰਦੇ ਆ। ਸਭ ਤੋਂ ਪਹਿਲਾਂ ਪੋਲੀਨੋਮੀਅਲਸ ਕੀ ਹੁੰਦੇ ਆ ਸਿੱਖਣ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਅਲਜੈਬਰਿਕ ਐਕਸਪ੍ਰੈਸ਼ਨ ਕੀ ਹੁੰਦਾ। ਅਲਜੈਬਰਿਕ ਐਕਸਪ੍ਰੈਸ਼ਨ ਕੋਈ ਵੀ ਮੈਥਮੈਟੀਕਲ ਐਕਸਪ੍ਰੈਸ਼ਨ ਆ। ਜਿਵੇਂ 2 ਹੈਗਾ, 2 ਵੀ ਇੱਕ ਅਲਜੈਬਰਿਕ ਐਕਸਪ੍ਰੈਸ਼ਨ ਆ। 2x + 3 ਵੀ ਅਲਜੈਬਰਿਕ ਐਕਸਪ੍ਰੈਸ਼ਨ ਹੈਗਾ। 2x² + 5x + 7 ਵੀ ਅਲਜੈਬਰਿਕ ਐਕਸਪ੍ਰੈਸ਼ਨ ਆ। ਸਾਰੇ ਅਲਜੈਬਰਿਕ ਐਕਸਪ੍ਰੈਸ਼ਨਸ ਹੈਗੇ ਆ ਜਿਹੜੇ ਆਪਾਂ ਲਿਖੇ ਹੋਏ ਆ। ਬਟ ਜਿਹੜਾ ਪੋਲੀਨੋਮੀਅਲ ਆ ਉਹ ਇੱਕ ਸਪੈਸ਼ਲ ਟਾਈਪ ਦਾ ਅਲਜੈਬਰਿਕ ਐਕਸਪ੍ਰੈਸ਼ਨ ਹੈਗਾ। ਫॉर ਐਗਜ਼ਾਮਪਲ ਆਪਾਂ ਡੈਫੀਨੇਸ਼ਨ ਸਟੱਡੀ ਕਰਦੇ ਹਾਂ। an algebraic expressions in which the exponent of the variable ਕੀ ਹੁੰਦਾ ਹੈਗਾ। ਜਿੰਨੇ ਵੀ ਅਲਫਾਬੈਟਸ ਯੂਜ਼ ਕਰਦੇ ਨਾ ਮੈਥਮੈਟਿਕਸ A B C D X Y Z ਉਹ ਸਾਰੇ ਵੇਰੀਏਬਲ ਆ। ਇਹਨਾਂ ਦੀ ਵੈਲਿਊ ਫਿਕਸ ਨਹੀਂ ਹੁੰਦੀ ਹੈਗੀ। ਜਿਵੇਂ ਇੱਕ ਕਾਂਸਟੈਂਟ ਹੁੰਦੇ ਆ 1 ਦੀ ਵੈਲਿਊ 1 ਫਿਕਸ ਆ, ਲੇਕਿਨ ਵੇਰੀਏਬਲ ਦੀ ਵੈਲਿਊ ਫਿਕਸ ਨਹੀਂ ਹੁੰਦੀ। ਜਿੰਨੇ ਵੀ ਅਲਜੈਬਰਿਕ ਐਕਸਪ੍ਰੈਸ਼ਨਸ ਹੈਗੇ ਆ ਜਿਹੜੇ ਉਹਨਾਂ ਚ ਵੇਰੀਏਬਲਸ ਯੂਜ਼ ਹੁੰਦੇ ਆ, ਜਿਹੜੇ ਉਹਨਾਂ ਵੇਰੀਏਬਲ ਦਾ ਐਕਸਪੋਨੈਂਟ ਆ। ਐਕਸਪੋਨੈਂਟ ਦਾ ਮੀਨਿੰਗ ਪਾਵਰ ਆ, ਵੇਰੀਏਬਲ ਦੀ ਪਾਵਰ ਆ ਨॉन ਨੈਗੇਟਿਵ ਇੰਟੀਜਰ। ਇੰਟੀਜਰਸ ਤਾਂ ਆਪਾਂ ਨੂੰ ਪਤਾ ਹੈ ਕਿ ਨੈਗੇਟਿਵ ਨੰਬਰ ਵੀ ਹੁੰਦੇ, 0 ਵੀ ਹੁੰਦੀ ਹੈਗੀ ਤੇ ਪੋਜ਼ਿਟਿਵ ਨੰਬਰ ਵੀ। ਇਹ ਜਿਹੜਾ ਪੋਲੀਨੋਮੀਅਲ ਦੀ ਵੇਰੀਏਬਲ ਦੀ ਪਾਵਰ ਹੈਗੀ ਆ ਉਹ ਹਮੇਸ਼ਾ ਨॉन ਨੈਗੇਟਿਵ ਇੰਟੀਜਰ ਹੋਗੀ। ਨॉन ਨੈਗੇਟਿਵ ਇੰਟੀਜਰ ਦੈਟ ਇਜ਼ 0 ਹੋ ਸਕਦੀ ਹੈ, 1 ਹੋ ਸਕਦੀ ਹੈ, 2 ਹੋ ਸਕਦੀ ਹੈ, 3 4 5, ਬਟ ਕਦੇ ਵੀ ਨੈਗੇਟਿਵ ਨੰਬਰਸ ਨਹੀਂ ਹੋਗੀ। ਅਗਰ ਉਹ ਪਾਵਰ ਨੈਗੇਟਿਵ ਨੰਬਰ ਚ ਜਾਂਦੀ ਹੈ ਤਾਂ ਉਹ ਐਕਸਪ੍ਰੈਸ਼ਨ, ਉਹ ਅਲਜੈਬਰਿਕ ਐਕਸਪ੍ਰੈਸ਼ਨ ਪੋਲੀਨੋਮੀਅਲ ਨਹੀਂ ਹੈਗਾ। ਹੁਣ ਜਿਵੇਂ ਮੈਂ 4 ਐਕਸਪ੍ਰੈਸ਼ਨਸ ਲਿਖੇ ਹੋਏ ਆ, ਆਪਾਂ ਦੇਖਾਂਗੇ ਵੀ ਕਿਹੜਾ ਅਲਜੈਬਰਿਕ ਐਕਸਪ੍ਰੈਸ਼ਨ ਪੋਲੀਨੋਮੀਅਲ ਹੈਗਾ ਤੇ ਕਿਹੜਾ ਨਹੀਂ ਹੈਗਾ। ਹੁਣ ਫॉर ਐਗਜ਼ਾਮਪਲ ਆਹ ਵਾਲਾ ਐਕਸਪ੍ਰੈਸ਼ਨ ਆਪਾਂ ਦੇਖਦੇ ਆਂਗੇ। ਇਸ ਵਿੱਚ ਜਿਹੜੀ ਪਾਵਰ ਹੈਗੀ ਹੈ x ਦੀ ਪਾਵਰ 2 ਹੈਗੀ ਆ, ਉਰੇ x ਦੀ ਪਾਵਰ 1 ਹੈਗੀ ਆ। ਕਿਤੇ ਇਹ ਪਾਵਰ ਨਾਨ ਨੈਗੇਟਿਵ ਨਹੀਂ ਹੈਗੀ, ਸੋ ਦਿਸ ਇਜ਼ ਅ ਪੋਲੀਨੋਮੀਅਲ। ਇਹ ਪੋਲੀਨੋਮੀਅਲ ਹੈਗਾ। ਇਸ ਵਿੱਚ ਵੇਰੀਏਬਲ ਦੀ ਪਾਵਰ ਕਿੰਨੀ ਹੈ? -1 ਆ ਨਾ। ਜੇ -1 ਆ ਗਈ ਤੇ ਇਹ ਪੋਲੀਨੋਮੀਅਲ ਨਹੀਂ ਹੈਗਾ। ਤਾਂ ਦਿਸ ਐਕਸਪ੍ਰੈਸ਼ਨ ਇਜ਼ ਨਾਟ ਅ ਪੋਲੀਨੋਮੀਅਲ। ਹੇਅਰ मतलब कि उरे पावर 2 आ, उरे पावर 2 आ। पॉलीनोमियल ते हैगा लेकिन ये 2 वेरिएबल्स हैगा। ਆਪਾਂ ਜਿਹੜਾ ਕਲਾਸ 10 ਸਟੱਡੀ ਕਰਾਂਗੇ ਚੈਪਟਰ ਵਿੱਚ ਮੋਸਟਲੀ 1 ਵੇਰੀਏਬਲ ਚ ਹੈਗੇ ਆ। ਆਪਾਂ 2 ਵੇਰੀਏਬਲ ਦੀ ਦਿਸ ਇਜ਼ ਪੋਲੀਨੋਮੀਅਲ ਇਨ 2 ਵੇਰੀਏਬਲਸ। ਉਰੇ ਦੇਖੋ ਹੁਣ ਆਹ ਵਾਲੀ ਐਕਸਪ੍ਰੈਸ਼ਨ ਵਿੱਚ ਜਿਹੜਾ y ਆ ਉਹਦੇ ਉੱਪਰ ਰੂਟ ਲੱਗਿਆ ਹੋਇਆ, ਸਕੁਅਰ ਰੂਟ ਲੱਗਿਆ ਹੋਇਆ। ਸਕੁਅਰ ਰੂਟ ਦਾ ਮਤਲਬ ਕਿ ਪਾਵਰ ਕੀ ਹੈ ਕਿ 1/2 ਆ। ਪਾਵਰ ਫ੍ਰੈਕਸ਼ਨ ਚ ਆ ਗਈ ਨਾ, ਤਾਂ ਆ ਵੀ ਆਪਣੇ ਕੋਲ ਪੋਲੀਨੋਮੀਅਲ ਨਹੀਂ ਹੈ ਕਿਉਂਕਿ ਪਾਵਰ ਕਿਸ ਚ ਹੈਗੀ ਆ? ਫ੍ਰੈਕਸ਼ਨ ਚ ਹੈਗੀ ਆ। ਤਾਂ ਮਤਲਬ ਆਹ ਐਕਸਪ੍ਰੈਸ਼ਨ ਵੀ ਪੋਲੀਨੋਮੀਅਲ ਨਹੀਂ ਹੈ। ਆਈ ਹੋਪ ਕਿ ਪੋਲੀਨੋਮੀਅਲ ਕੀ ਹੁੰਦੇ ਆ ਸਮਝ ਆ ਗਏ ਹੋਣਗੇ। ਹੁਣ ਆਪਾਂ ਪੜਨ ਜਾ ਰਹੇ ਹਾਂ ਟਰਮਸ ਆਫ ਪੋਲੀਨੋਮੀਅਲ। ਪੋਲੀਨੋਮੀਅਲ ਟਰਮਸ ਕੀ ਹੁੰਦੀਆਂ? ਵੈਸੇ ਤਾਂ ਇਹ ਬੇਸਿਕਸ ਆ 8 9 ਚ ਪੜਿਆ ਹੋਇਆ, ਪਰ ਫਿਰ ਵੀ ਆਪਾਂ ਰਿਕਾਲ ਕਰ ਰਹੇ ਹਾਂ ਸੋ ਦੈਟ ਕਿ ਆਪਾਂ ਨੂੰ ਹੋਰ ਬੈਟਰ ਕੀ ਹੋ ਜੇ, ਕਲੀਅਰ ਹੋ ਜੇ। ਚਲੋ ਹੁਣ ਆਪਾਂ ਟਰਮਸ ਬਾਰੇ ਪੜ੍ਹਦੇ ਹੈਗੇ ਆ। ਪਹਿਲਾਂ ਆਪਾਂ ਦੇਖੋ ਟਰਮਸ ਕਿਵੇਂ ਡਿਸਾਈਡ ਹੁੰਦੀਆਂ। ਟਰਮਸ ਡਿਵਾਈਡ ਹੁੰਦੀਆਂ ਪਲੱਸ ਮਾਈਨਸ ਨਾਲ। ਜਿੱਥੇ ਪਲੱਸ ਦਾ ਸਾਈਨ ਆ ਗਿਆ, ਮਾਈਨਸ ਸਾਈਨ ਆ ਗਿਆ, ਟਰਮ ਕੀ ਹੋ ਜੂਗੀ? ਨੈਕਸਟ ਟਰਮ ਚੇਂਜ ਹੋ ਜੂਗੀ। ਠੀਕ ਹੈ। ਤੇ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਮੋਨੋਮੀਅਲ ਕੀ ਹੁੰਦੇ। ਵਾਟ ਇਜ਼ ਮੋਨੋਮੀਅਲ? ਕੋਈ ਵੀ ਪੋਲੀਨੋਮੀਅਲ ਆ ਉਹਨੂੰ ਆਪਾਂ ਮੋਨੋਮੀਅਲ ਕਿਦੋਂ ਕਹਿੰਦੇ ਆ? ਜੇ ਉਹਦੇ ਵਿੱਚ ਸਿਰਫ ਇੱਕ ਟਰਮ ਆ ਤਾਂ ਮੋਨੋਮੀਅਲ ਹੈਗਾ। ਫॉर ਐਗਜ਼ਾਮਪਲ ਜਿਵੇਂ -5 ਆ, ਇੱਕੋ ਟਰਮ ਹੈਗਾ। 7x² ਆ, ਭਾਵੇਂ ਵਿਚਾਲੇ ਸਾਈਨ ਮਲਟੀਪਲਾਈ ਦਾ, ਪਰ ਉਹ ਇੱਕੋ ਟਰਮ ਕੰਸੀਡਰ ਹੋਗੀ। 5xy ਆ, ਠੀਕ ਹੈ। ਉਹ ਦੇਖੋ ਇੱਕ ਟਰਮ ਕਾਂਸਟੈਂਟ ਵੀ ਹੋ ਸਕਦੀ ਆ, ਉਹ ਇੱਕ ਵੇਰੀਏਬਲ ਵੀ ਹੋ ਸਕਦੀ ਆ, ਜਾਂ ਪ੍ਰੋਡਕਟ ਕਾਂਸਟੈਂਟ ਤੇ ਵੇਰੀਏਬਲ ਦਾ ਪ੍ਰੋਡਕਟ ਵੀ ਹੋ ਸਕਦਾ। ਤਾਂ ਇਹ ਕੀ ਹੈ? ਮੋਨੋਮੀਅਲ ਆ। ਸੈਕੰਡ ਕੀ ਹੈ? ਬਾਈਨੋਮੀਅਲ। ਬਾਈਨੋਮੀਅਲ ਉਦੋਂ ਹੁੰਦਾ ਜਦੋਂ ਉਹਦੇ ਵਿੱਚ 2 ਅਨਲਾਈਕ ਟਰਮਸ ਆ ਜਾਣਗੀਆਂ। ਲਾਈਕ ਤੇ ਅਨਲਾਈਕ ਟਰਮਸ ਦਾ ਡਿਫਰੈਂਸ ਕੀ ਆ? ਆਪਾਂ ਜੂਨੀਅਰ ਕਲਾਸਿਸ ਚ ਪੜਿਆ ਹੋਇਆ।
ਜਿਨ੍ਹਾਂ ਦਾ ਵੇਰੀਏਬਲ ਤੇ ਵੇਰੀਏਬਲ ਦੀ ਪਾਵਰ ਸੇਮ ਹੈ ਕਿ ਦੋ ਟਰਮਸ ਦੀ ਉਹ ਲਾਈਕ ਟਰਮ ਹੁੰਦੀਆਂ, ਬਾਕੀਆਂ ਅਨਲਾਈਕ ਟਰਮ ਹੁੰਦੀਆਂ। here 5x 6 ਆ ਬਾਇਨੋਮੀਅਲ ਸੌਰੀ, ਕਿਉਂਕਿ ਇਹ ਆਪਣੇ ਕੋਲੇ ਕੀ ਹੈ ਬੇਟਾ, ਦੋ ਟਰਮਸ ਹੈਗੀਆਂ 5x ਤੇ 6 ਤੇ 6y² 2y ਤੇ ਇਹ ਵੀ ਕੀ ਹੈ, ਬਾਇਨੋਮੀਅਲ ਹੈਗਾ। ਹੁਣ ਟ੍ਰਾਈਨੋਮੀਅਲ ਕੀ ਹੁੰਦਾ ਹੈਗਾ? ਟ੍ਰਾਈਨੋਮੀਅਲ ਉਦੋਂ ਆਂਦਾ ਹੈਗਾ ਜਦੋਂ ਉਹਦੇ ਵਿੱਚ 3 ਅਨਲਾਈਕ ਟਰਮਸ ਹੁੰਦੀਆਂ ਹੈਗੀਆਂ, ਜਿਵੇਂ ਹੋ ਰਿਹਾ ਹੈਗਾ x² + 2x + 1, ਤਿੰਨ ਟਰਮਸ ਆ ਗਈ, ਤਿੰਨੋਂ ਅਨਲਾਈਕ ਆ, ਤਾਂ ਇਹ ਟ੍ਰਾਈਨੋਮੀਅਲ ਆ। ਕਾਂਸਟੈਂਟ ਪੋਲੀਨੋਮੀਅਲ ਆਪਾਂ ਕਿਹਨੂੰ ਕਹਿੰਦੇ ਹਾਂ? ਜਦੋਂ ਕੋਈ ਕਾਂਸਟੈਂਟ ਨੰਬਰ ਆ ਗਿਆ ਨਾ, ਉਹਨੂੰ ਆਪਾਂ ਕਾਂਸਟੈਂਟ ਪੋਲੀਨੋਮੀਅਲ ਕਹਿੰਦੇ। 1 ਆ ਜਾਏ, 2 ਆ ਜਾਏ, 3 ਆ ਜਾਏ, -1 ਆ ਜਾਏ, 5 -5 ਜੋ ਵੀ ਆ ਜਾਏ, ਉਹ ਕੀ ਆਪਣੇ ਕੋਲੇ ਕਾਂਸਟੈਂਟ ਪੋਲੀਨੋਮੀਅਲ ਹੈਗਾ। ਤੇ ਜਿਹੜਾ 0 ਆ ਨਾ, 0 ਦਾ ਇੱਕ ਸਪੈਸੀਫਿਕ ਨੇਮ ਆ, ਆਪਾਂ ਉਹਨੂੰ ਕਹਿੰਦੇ ਆ 0 ਪੋਲੀਨੋਮੀਅਲ। ਓਕੇ, ਸਮਝ ਆ ਗਿਆ ਸਾਰਾ? ਮੈਂ ਇੱਕ ਵਾਰ ਰਿਕਾਲ ਕਰਵਾ ਦਿੰਦਾ ਹੈਗਾ। ਮੋਨੋਮੀਅਲ ਜਿਸ ਇੱਕੋ ਟਰਮ ਹੈਗੀ ਆ, ਮਤਲਬ ਕਿ ਇੱਕੋ ਟਰਮ ਹੈਗੀ ਆ, ਚਾਹੇ ਉਹ ਆਪਣੇ ਕੋਲੇ ਕਾਂਸਟੈਂਟ ਟਰਮ ਆ, ਚਾਹੇ ਉਹ ਵੇਰੀਏਬਲ ਆ, ਚਾਹੇ ਦੋਹਾਂ ਦਾ ਕੀ ਆ, ਪ੍ਰੋਡਕਟ ਆ। ਬਾਇਨੋਮੀਅਲ ਦੋ ਅਨਲਾਈਕ ਟਰਮਸ, ਟ੍ਰਾਈਨੋਮੀਅਲ ਤਿੰਨ ਟਰਮਸ, ਕਾਂਸਟੈਂਟ ਪੋਲੀਨੋਮੀਅਲ ਕੋਈ ਵੀ ਕਾਂਸਟੈਂਟ ਨੰਬਰ ਹੈਗਾ, ਤੇ 0 ਪੋਲੀਨੋਮੀਅਲ ਆਪਾਂ 0 ਨੂੰ ਕਹਿੰਦੇ ਆ। ਬਾਕੀ ਕੋਈ ਵੀ ਚੀਜ਼ ਆ, ਕੋਈ ਵੀ 4 ਟਰਮਸ ਆ, 5 ਟਰਮ ਆ, 6 ਟਰਮ, ਆਪਾਂ ਨਾਰਮਲੀ ਉਹਨੂੰ ਪੋਲੀਨੋਮੀਅਲ ਕਹਿ ਦਿੰਦੇ ਆ, ਆਪਾਂ ਉਹਦਾ ਕੋਈ ਸਪੈਸੀਫਿਕ ਨੇਮ ਨਹੀਂ ਰੱਖਦੇ। ਓਕੇ, ਵੀ ਸਟੱਡੀ ਦ ਡਿਨੋਸ਼ਨ ਆਫ ਦ ਪੋਲੀਨੋਮੀਅਲ। ਹੁਣ ਆਪਾਂ ਪੋਲੀਨੋਮੀਅਲ ਨੂੰ ਡਿਨੋਟ ਕਿਵੇਂ ਕਰਨਾ ਉਹ ਆਪਾਂ ਸਟੱਡੀ ਕਰਦੇ ਹੈਗੇ ਆ। ਕੋਈ ਵੀ ਪੋਲੀਨੋਮੀਅਲ ਆ, ਮੰਨ ਲਓ ਇੱਕ ਪੋਲੀਨੋਮੀਅਲ ਆ, ਉਹਦੇ ਵਿੱਚ ਉਹ ਪੋਲੀਨੋਮੀਅਲ ਜਿਹਦੇ ਵਿੱਚ ਵੇਰੀਏਬਲ x ਯੂਜ਼ ਹੋ ਰਿਹਾ, ਅ ਪੋਲੀਨੋਮੀਅਲ ਹੈਵਿੰਗ ਵਨ ਵੇਰੀਏਬਲ x, ਤਾਂ ਉਸ ਪੋਲੀਨੋਮੀਅਲ ਨੂੰ ਆਪਾਂ ਕੀ ਬੋਲਾਂਗੇ? ਉਹਨੂੰ ਬੋਲਾਂਗੇ ਪੋਲੀਨੋਮੀਅਲ ਇਨ ਦਾ ਵੇਰੀਏਬਲ x। ਜਿਵੇਂ ਆ ਇੱਕ ਪੋਲੀਨੋਮੀਅਲ x² + 7x + 5, ਇਹਦੇ ਵਿੱਚ ਵੇਰੀਏਬਲ x ਯੂਜ਼ ਹੋ ਰਿਹਾ ਹੈਗਾ, ਇਹਦੀ ਡਿਨੋਸ਼ਨ ਆਪਾਂ ਕਰਾਂਗੇ px ਨਾਲ ਜਾਂ qx ਨਾਲ। ਜੇ ਇਹੀ ਪੋਲੀਨੋਮੀਅਲ ਦੇ ਵਿੱਚ ਵੇਰੀਏਬਲ y ਯੂਜ਼ ਹੋ ਰਿਹਾ ਹੁੰਦਾ, ਤਾਂ ਇਹਦੀ ਡਿਨੋਸ਼ਨ ਆਪਾਂ ਕਰਦੇ py ਨਾਲ, qy ਨਾਲ। ਇਹਨੂੰ ਮਤਲਬ ਪੋਲੀਨੋਮੀਅਲ ਇਨ ਵੇਰੀਏਬਲ y ਜਾਂ ਪੋਲੀਨੋਮੀਅਲ ਇਨ ਵੇਰੀਏਬਲ z, ਤਾਂ ਉਹ pz ਹੋ ਜਾਂਦਾ ਹੈਗਾ। ਇਸ ਤਰੀਕੇ ਨਾਲ ਪੋਲੀਨੋਮੀਅਲ ਨੂੰ ਆਪਾਂ ਡਿਨੋਟ ਕਰਦੇ ਹਾਂ। ਨਾਓ ਕਿ ਸਟੈਂਡਰਡ ਫਾਰਮ ਕੀ ਹੁੰਦੀ ਪੋਲੀਨੋਮੀਅਲ ਦੀ, ਕਿ ਅਗਰ ਆਪਾਂ ਕੋਈ ਪੋਲੀਨੋਮੀਅਲ ਲਿਖਣਾ ਹੈਗਾ, ਮਤਲਬ ਐਂਡ ਤੇ ਉਹ ਸਟੈਂਡਰਡ ਫਾਰਮ ਕੀ ਹੈਗੀ ਆ? ਬੜਾ ਸਿੰਪਲ ਜਿਹਾ ਆਨਸਰ ਹੈਗਾ ਕਿ ਆਪਣੇ ਕੋਲ ਕੋਈ ਵੀ ਅਲਜੈਬਰਿਕ ਐਕਸਪ੍ਰੈਸ਼ਨ ਆ ਪੋਲੀਨੋਮੀਅਲ ਹੈਗਾ, ਉਹਦੀ ਜਿਹੜੀ ਮੈਕਸਿਮਮ ਪਾਵਰ ਹੈਗੀ ਉਹ ਪਹਿਲਾਂ ਹੋਊਗੀ, ਫਿਰ ਉਸ ਤੋਂ ਛੋਟੀ ਪਾਵਰ, ਫਿਰ ਉਸ ਤੋਂ ਪਾਵਰਸ ਨੂੰ ਡਿਕਰੀਜ਼ਿੰਗ ਆਰਡਰ 'ਚ ਲਿਖਣਾ ਹੈਗਾ। When the terms of polynomial are written in decreasing order of the power of the variable is called the standard form of polynomial. For example, example है x raised to power 5 then 4 है then power 3 then 1 then power 0 है ये standard form है क्योंकि powers ਆ variable x ਦੀਆਂ ਉਹ decreasing order ਦੇ ਵਿੱਚ ਹੈਗੀਆਂ। ਹੁਣ ਆਪਾਂ ਸਟੱਡੀ ਕਰਾਂਗੇ degree of polynomial। ਡਿਗਰੀ ਕੀ ਹੁੰਦੀ ਹੈ? ਮੰਨ ਲਓ ਕਿਸੇ ਪੋਲੀਨੋਮੀਅਲ ਦੇ ਵਿੱਚ ਜਿਹੜੀ ਉਹਦੀ ਹਾਈਐਸਟ ਮੈਕਸਿਮਮ ਪਾਵਰ ਹੁੰਦੀ ਹੈ ਨਾ ਵੇਰੀਏਬਲ ਦੀ, ਉਹਨੂੰ ਆਪਾਂ ਉਸ ਪੋਲੀਨੋਮੀਅਲ ਦੀ ਡਿਗਰੀ ਕਹਿੰਦੇ ਵਨ ਵੇਰੀਏਬਲ ਦੇ ਵਿੱਚ। ਫॉर ਐਗਜ਼ਾਮਪਲ ਜਿਵੇਂ ਮੰਨ ਲਓ ਕੋਈ ਪੋਲੀਨੋਮੀਅਲ ਹੈਗਾ 2x + 5, ਇਹਦੀ ਮੈਕਸਿਮਮ ਪਾਵਰ ਕਿੰਨੀ ਹੈਗੀ 1 ਆ ਨਾ, ਤਾਂ ਇਸ ਪੋਲੀਨੋਮੀਅਲ ਦੀ ਮੈਕਸਿਮਮ ਪਾਵਰ 1 ਦੀ ਡਿਗਰੀ ਕਿੰਨੀ ਹੋਊਗੀ 1 ਹੋਊਗੀ। ਤੇ ਜਿਸ ਪੋਲੀਨੋਮੀਅਲ ਦੀ ਡਿਗਰੀ 1 ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਲੀਨੀਅਰ ਪੋਲੀਨੋਮੀਅਲ। ਇਹ ਆਪਾਂ ਜੂਨੀਅਰ ਕਲਾਸਿਸ ਪੜਿਆ ਹੋਇਆ। ਹੁਣ ਇਸ ਪੋਲੀਨੋਮੀਅਲ ਡਿਗਰੀ ਕਿੰਨੀ ਹੈ 2 ਆ, ਕਿਉਂਕਿ ਮੈਕਸਿਮਮ ਪਾਵਰ 2 ਹੈਗੀ ਆ, ਤਾਂ ਇਹਨੂੰ ਆਪਾਂ ਕਵਾਂਗੇ ਕੁਆਡਰੇਟਿਕ ਪੋਲੀਨੋਮੀਅਲ। ਜਿਹਦੀ ਮੈਕਸਿਮਮ ਪਾਵਰ 3 ਹੁੰਦੀ ਹੈਗੀ ਆ, ਜਿਵੇਂ ਇਸ ਪੋਲੀਨੋਮੀਅਲ ਦੀ ਹੈਗੀ ਆ, ਤੇ ਇਸ ਦੀ ਡਿਗਰੀ 3 ਹੈਗੀ ਆ, ਇਹਨੂੰ ਆਪਾਂ ਕਵਾਂਗੇ ਕਿਊਬਿਕ ਪੋਲੀਨੋਮੀਅਲ। ਜਿਹਦੀ ਮੈਕਸਿਮਮ ਪਾਵਰ 4 ਹੁੰਦੀ ਹੈਗੀ ਆ, ਕਿਉਂਕਿ ਉੱਥੇ ਡਿਗਰੀ 4 ਹੈਗੀ ਆ, ਤੇ ਇਹਨੂੰ ਆਪਾਂ ਕਵਾਂਗੇ ਕੁਆਰਟਿਕ ਔਰ ਬਾਈ ਕੁਆਡਰੇਟਿਕ ਪੋਲੀਨੋਮੀਅਲ। ਇਹ ਟਾਈਪਸ ਇਹ ਆਪਣੇ ਕੋਲੇ 4 ਤਰ੍ਹਾਂ ਦੇ ਆਪਾਂ ਪੋਲੀਨੋਮੀਅਲ ਡਿਵਾਈਡ ਕੀਤੇ ਔਨ ਦਾ ਬੇਸਿਸ ਆਫ ਡਿਗਰੀ। ਜਿਹਦੀ ਡਿਗਰੀ 1 ਆ ਲੀਨੀਅਰ ਪੋਲੀਨੋਮੀਅਲ, 2 ਹੈਗਾ ਕੁਆਡਰੇਟਿਕ ਪੋਲੀਨੋਮੀਅਲ, 3 ਆ ਕਿਊਬਿਕ ਪੋਲੀਨੋਮੀਅਲ, 4 ਹੈਗਾ ਬਾਈ ਕੁਆਡਰੇਟਿਕ ਜਾਂ ਕੁਆਰਟਿਕ ਪੋਲੀਨੋਮੀਅਲ। ਮੈਕਸਿਮਮ ਪਾਵਰ ਨੂੰ ਆਪਾਂ ਡਿਗਰੀ ਕਹਿੰਦੇ। ਮੈਕਸਿਮਮ ਪਾਵਰ ਕਿਹਦੀ? वेरिएबल ਦੀ ਮੈਕਸਿਮਮ ਪਾਵਰ ਨੂੰ ਆਪਾਂ डिग्री कहते हैं। हम एक ट्रिक करते हैं, मैथमेटिकल ट्रिक। मान लो हमें किसी नंबर की स्क्वायर करनी है, मान लो वो नंबर 50 से थोड़ा सा आगे है, मान लो 51 की स्क्वायर करनी है, तो इसका आंसर आ जाएगा 2601। 52 की करनी है तो इसका आंसर आ जाएगा 2704। फॉर कोई भी नंबर बड़ा लो 57 की करनी है तो इसका आंसर हमारे पास 3249। अभी आप भी इसको विद इन सेकंड्स कर सकते हो। इस ट्रिक के लिए आपको एक बेस नंबर मानना है, वो बेस नंबर है 25। जैसे ये नंबर है 51, ये 51 50 से कितना बड़ा है? 1 बड़ा है ना, तो आप 25 में 1 प्लस कर दो, दैट इज 26 आ गया ना। तो इसके बाद आपने कितना प्लस किया? 1 प्लस किया ना, तो उस 1 की स्क्वायर कर दो, तो 1 की स्क्वायर क्या होती है? 01। तो ये हमारा आंसर है। सिमिलरली मान लो आपने 52 की स्क्वायर करनी है, तो 52 के लिए वो 50 से कितना बड़ा है? 2 बड़ा है, तो 25 में 2 प्लस किया तो वो कितना आ गया? 27 आ गया, और 2 की स्क्वायर कितनी हो जाएगी? 04। सिमिलरली 57 में हमने किया तो हमने 25 में 7 प्लस किया 32, फिर 7 की स्क्वायर की कितना है? 49।
ये 50 से जस्ट जो पास के नंबर है उसके लिए ट्रिक एप्लीकेबल है। अगर 50 से छोटा नंबर है उसके लिए भी एप्लीकेबल होगी, लेकिन उसमें हम वो नंबर माइनस कर देंगे। जैसे मैं आपको एग्जांपल देता हूं, अगर मान लो आपने 47 की स्केयर करनी है, तो ये 50 से कितना छोटा है, 3 छोटा है, तो आप 25 से 3 माइनस कर दोगे तो आपके पास कितना आ जाएगा, 22 आ जाएगा। और 3 की स्केयर की तो वो क्या होती है, 09। 2 डिजिट का आपने नंबर यहाँ पे प्लेस करना है, ठीक है। तो इस ट्रिक को में हम कैरी वाले सम भी करेंगे, वो हम नेक्स्ट ट्रिक में सीखेंगे। थैंक यू।